ਸਤਿ ਸ਼੍ਰੀ ਅਕਾਲ। ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਜਿਵੇਂ ਕਹੀਏ ਕਿ ਕੇਂਦਰ ਦੇ ਖਿਲਾਫ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਦੂਜੇ ਪਾਸੇ ਬੈਂਕਾਂ ਦੇ ਮੁਲਾਜ਼ਮ ਵੀ ਉਤਰਦੇ ਹੋਏ ਦਿਖਾਈ ਦੇ ਰਹੇ ਨੇ, ਕਿਉਂਕਿ ਕਈ ਦੋ ਬੈਂਕਾਂ ਦਾ ਮਰਜ ਕਰਨ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਗੱਲ ਆਈ ਹੈ। ਹਾਲਾਂਕਿ ਬੈਂਕ ਕਿਹੜੇ ਨੇ ਉਹ ਨਹੀਂ ਪਤਾ ਲੱਗ ਰਿਹਾ। ਤੁਸੀਂ ਦੇਖੋ ਬੈਂਕ ਸਕੁਅਰ ਹੈ ਚੰਡੀਗੜ੍ਹ ਦਾ ਹੈ, ਜਿੱਥੇ ਕਿ ਤਕਰੀਬਨ ਸਾਰੀ ਬੈਂਕਾਂ ਦੀਆਂ ਸ਼ਾਖਾਵਾਂ ਨੇ, ਜਿਹੜੀਆਂ ਹੈੱਡ ਆਫਿਸ ਕਹਿ ਸਕਦੇ ਹਾਂ, ਜਿਹੜੇ ਇੱਥੇ ਚੱਲਦੇ ਨੇਗੇ ਉਹ ਹੈਗੇ ਨੇ ਤੇ ਉਹਨਾਂ ਦੇ ਮੁਲਾਜ਼ਮਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਹੈਗਾ ਤੇ ਕਿਹਾ ਜਾ ਸਕਦਾ ਕਿ ਆਪਣੀਆਂ ਆਪਣੀਆਂ ਗੱਲਾਂ ਨੂੰ ਇਹ ਅੱਗੇ ਰੱਖ ਰਹੇ ਨੇ ਕਿ ਕਿਵੇਂ ਸਰਕਾਰਾਂ ਨੇ ਜਿਹੜੀਆਂ ਉਹ ਪੂਰੇ ਬੈਂਕ ਸਿਸਟਮ ਦੇ ਕਿਤੇ ਨਾ ਕਿਤੇ ਖਿਲਾਫ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇਗੀਆਂ। ਸਰ ਦੇਖਿਆ ਜਾਵੇ ਜੇ ਆਮ ਜਨਤਾ ਸਮਝਣੀ ਚਾਹੇ ਬੈਂਕ ਮੁਲਾਜ਼ਮਾਂ ਦੀ ਭਾਸ਼ਾ ਤੋਂ ਬਾਹਰ ਦੇਸੀ ਤਰੀਕੇ ਦੇ ਵਿੱਚ ਕੀ ਸਰਕਾਰ ਦੇ ਵੱਲ ਕੀ ਰੋਸ਼ ਹੈਗਾ ਜਿਹੜਾ ਬੈਂਕ ਮੁਲਾਜ਼ਮਾਂ ਦਾ ਹੈਗਾ? ਅੱਜ ਪੰਜਾਬੀ 'ਚ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸਟੇਟ ਕੈਪੀਟਲ ਦੇ ਵਿੱਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਝੰਡੇ ਦੇ ਥੱਲੇ ਅੱਜ ਪੂਰੇ ਸਟੇਟ ਕੈਪੀਟਲ ਦੇ ਵਿੱਚ ਇੱਕ ਦਿਨ ਦਾ ਧਰਨਾ ਦਿੱਤਾ ਜਾ ਰਿਹਾ। ਇਹ ਧਰਨਾ ਜੋ 2 ਫਰਵਰੀ ਨੂੰ ਜੋ ਫਾਈਨਾਂਸ ਮਿਨਿਸਟਰ ਸੀ ਉਸਨੇ ਅਨਾਉਂਸ ਕੀਤਾ ਵੀ 2 ਬੈਂਕ ਜਿਹੜੇ ਪ੍ਰਾਈਵੇਟਾਈਜ਼ ਕੀਤੇ ਜਾਣਗੇ। ਉਹ ਬੈਂਕਾਂ ਦਾ ਨਾਮ ਹਾਲੇ ਉਜਾਗਰ ਨਹੀਂ ਹੋਇਆ, ਪਰ 2 ਬੈਂਕ ਪ੍ਰਾਈਵੇਟਾਈਜ਼ ਕੀਤੇ ਜਾਣਗੇ। ਉਸ ਦੇ ਖਿਲਾਫ ਪੂਰੇ ਹਿੰਦੁਸਤਾਨ ਦਾ ਬੈਂਕ ਕਰਮਚਾਰੀ 10 ਲੱਖ ਤੋਂ ਵੱਧ ਬੈਂਕ ਕਰਮਚਾਰੀ ਯੂਨਾਈਟਿਡ ਫੋਰਮ ਬੈਂਕ ਯੂਨੀਅਨ ਦੇ ਝੰਡੇ ਤੇ ਜੋ ਅੱਜ ਦਾ ਸਟੇਟ ਕੈਪੀਟਲ ਦੇ ਉੱਤੇ ਧਰਨਾ ਔਰ 15-16 ਮਾਰਚ ਦੀ ਪੂਰੇ ਹਿੰਦੁਸਤਾਨ ਦੇ ਵਿੱਚ 2 ਦਿਨ ਦੀ ਹੜਤਾਲ ਜਿਹੜੀ ਕੀਤੀ ਜਾ ਰਹੀ ਹੈ। ਔਰ ਡਿਫਰੈਂਟ ਪ੍ਰੋਗਰਾਮਸ ਨੇ, ਡਿਸਟ੍ਰਿਕਟ ਲੈਵਲ ਦਾ ਧਰਨਾ ਆ, ਮਾਸਕ ਡੀਲਿੰਗ ਆ, ਸਭ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ। ਕਿਉਂ ਸਮਝਾਓ ਕਿ ਬੈਂਕ ਮਰਜ ਹੋ ਰਹੇ ਨੇ, ਜੇ ਬੈਂਕ ਮਰਜ ਹੋ ਜਾਂਦੇ ਨੇ, ਚਲੋ ਹਜੇ ਤੱਕ ਜਿਵੇਂ ਤੁਸੀਂ ਕਿਹਾ ਕਿ ਨਾਮ ਨਹੀਂ ਕਿਸੇ ਨੂੰ ਪਤਾ ਵੀ ਕਿਹੜੇ, ਮੇਨ ਦੇਖਿਆ ਜਾਵੇ ਨੁਕਸਾਨ ਕੀ ਹੁੰਦਾ ਜਦੋਂ ਬੈਂਕ ਮਰਜ ਹੁੰਦਾ ਹੈ ਜੇ ਆਮ ਪਬਲਿਕ ਸਮਝਣੀ ਚਾਹੇ? ਦਿਸ ਇਜ਼ ਨਾਟ ਦੀ ਮਰਜਰ, ਦਿਸ ਇਜ਼ ਦੀ ਪ੍ਰਾਈਵੇਟਾਈਜੇਸ਼ਨ। ਦਿਸ ਇਜ਼ ਨਾਟ ਦੀ ਮਰਜਰ, ਦਿਸ ਇਜ਼ ਦੀ ਪ੍ਰਾਈਵੇਟਾਈਜੇਸ਼ਨ। ਜੋ ਪਬਲਿਕ ਸੈਕਟਰ ਬੈਂਕ ਨੇ, ਇਹਨਾਂ ਦੇ ਜਿਹੜੇ ਸ਼ੇਅਰ ਨੇ ਉਹ ਪ੍ਰਾਈਵੇਟ ਲੋਕਾਂ ਨੂੰ ਵੇਚ ਕੇ ਇਸ ਨੂੰ ਡੀਕੈਪੀਟਲਾਈਜ਼ ਕਰਕੇ ਉਹਨਾਂ ਲੋਕਾਂ ਨੂੰ ਵੇਚਣੇ ਜਿਹੜੇ ਆਲਰੇਡੀ ਬੈਂਕਾਂ ਦਾ ਕਰਜ਼ਾ ਨਹੀਂ ਮੋੜ ਰਹੇ। ਸਰਕਾਰ ਉਹਨਾਂ ਲੋਕਾਂ ਦੇ ਹੱਥੀਂ ਉਹਨਾਂ ਨੂੰ ਦੇ ਰਹੀ ਹੈ ਜਿਹੜੇ ਕਿ ਪਹਿਲਾਂ ਕਿਤੇ ਨਾ ਕਿਤੇ ਡਿਫਾਲਟਰ ਲਿਸਟਾਂ ਤੇ, ਜਿਹੜੇ ਆਲਰੇਡੀ ਡਿਫਾਲਟਰ ਨੇ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਵੇਚ ਕੇ ਆਪਣੇ ਦੀਆਂ ਬੈਲੈਂਸ ਸ਼ੀਟਾਂ ਨੇ ਹਿਸਾਬ ਕਰ ਲੈਣਗੇ। ਬੈਂਕਾਂ ਨੂੰ ਪਬਲਿਕ ਦੇ ਵਾਲੇ ਬੈਂਕਾਂ ਨੂੰ ਲੁਟਾਉਣ ਜਾ ਰਹੀ ਹੈ, ਕਿਉਂਕਿ ਆਲਰੇਡੀ ਬੈਂਕ ਪ੍ਰਾਈਵੇਟ ਸੀ। ਬੈਂਕਾਂ ਨੂੰ ਪ੍ਰਾਈਵੇਟ ਤੋਂ ਪਬਲਿਕ ਸੈਕਟਰ ਲੈ ਕੇ ਆਏ 1969 ਦੇ ਵਿੱਚ ਇੰਦਰਾ ਗਾਂਧੀ। ਕਿਉਂਕਿ ਜੋ ਮੋਦੀ ਸਰਕਾਰ ਹੈ ਉਹ ਬੇਸਿਕਲੀ ਹਰ ਚੀਜ਼ ਨੂੰ ਪਬਲਿਕ ਸੈਕਟਰ ਨੂੰ ਤਹਿਸ-ਨਹਿਸ ਕਰਨ ਜਾ ਰਹੀ ਹੈ। ਕਿਉਂ? ਕਿਉਂਕਿ ਇਹ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੱਲੇ, ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਪ੍ਰੈਸ਼ਰ ਥੱਲੇ ਸਭ ਕੁਝ ਹੋ ਰਿਹਾ। ਠੀਕ ਉਸੇ ਤਰ੍ਹਾਂ ਕਹਿ ਸਕਦੇ ਹਾਂ, ਇੱਕ ਪਾਸੇ ਕਿਸਾਨ ਕਹਿੰਦੇ ਨੇ, ਉਹ ਵੀ ਕਹਿ ਰਹੇ ਨੇ, ਕਹਿੰਦੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਹੱਥਾਂ 'ਚ ਸਿਸਟਮ ਜਾ ਰਿਹਾ ਤੇ ਬੈਂਕ ਸਿਸਟਮ ਵੀ ਕਿਤੇ ਨਾ ਕਿਤੇ ਕਾਰਪੋਰੇਟਾਂ ਦੇ ਹੱਥਾਂ। ਇਹ ਜਿਹੜੀ ਲੜਾਈ ਮੈਨੂੰ ਇਹ ਲੱਗਦਾ ਕਿ ਜਨ ਅੰਦੋਲਨ ਬਣਦਾ ਜਾ ਰਿਹਾ ਹਰ ਚੀਜ਼ ਦੇ ਵਿੱਚ। ਕਿਉਂ? ਤੁਹਾਨੂੰ ਪਤਾ ਸਰਕਾਰ, ਕਿਸਾਨ ਵੀ ਇਹੀ ਲੜਾਈ ਲੜ ਰਹੇ, ਅਸੀਂ ਵੀ ਇਹੀ ਲੜ, ਮਜ਼ਦੂਰ ਵੀ ਇਹੀ ਲੜਾਈ ਲੜ ਰਹੇ ਕਿ ਅਲਟੀਮੇਟਲੀ ਇਹ ਦੇਸ਼ ਨੂੰ ਵੇਚਣ ਦੀ ਸਾਜ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਗੱਲ ਕਿਸਾਨ ਕਹਿੰਦੇ ਨੇ ਤਾਂ ਉਹੀ ਚੀਜ਼ ਬੈਂਕਾਂ ਤੇ ਵੀ ਲਾਗੂ ਹੁੰਦੀ ਹੋਈ ਨਜ਼ਰ ਆਉਂਦੀ ਹੈ। ਤੁਸੀਂ ਇਹ ਦੇਖੋ ਕਿ ਪ੍ਰੋਟੈਸਟ ਜਿਹੜਾ ਸੈਕਟਰ 17 ਦੇ ਵਿੱਚ ਚੱਲ ਰਿਹਾ ਤੇ ਹਰ ਕਿਸੇ ਦੀ ਕੋਸ਼ਿਸ਼ ਇਹ ਹੈ ਕਿ ਇੱਕ ਕਹਿ ਜਾ ਸਕਦਾ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਲੋਕਾਂ ਦਾ ਗੁੱਸਾ ਕਿਵੇਂ ਫੁੱਟ ਰਿਹਾ ਉਹ ਇੱਥੋਂ ਦਿਖਦਾ। ਕਿਉਂਕਿ ਜੇ ਇਹਨਾਂ ਬੈਂਕ ਮੁਲਾਜ਼ਮਾਂ ਦੀ ਗੱਲ ਨੂੰ ਸਹੀ ਸਮਝੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਇੱਕ ਕਿਤੇ ਨਾ ਕਿਤੇ ਡਿਫਾਲਟਰ ਲਿਸਟਾਂ 'ਚ ਨੇ, ਜਿਹੜੇ ਬੈਂਕਾਂ ਦਾ ਪੈਸਾ ਵਾਪਸ ਨਹੀਂ ਕਰ ਰਹੇ, ਪ੍ਰਾਈਵੇਟ ਸੈਕਟਰ ਦੇ ਇਸ ਪੂਰੇ ਨੋਰਮ ਨੂੰ ਲੈ ਕੇ ਹੁਣ ਉਹਨਾਂ ਦੇ ਜਿਹੜੇ ਹੱਥਾਂ ਦੇ ਵਿੱਚ ਹੀ ਸਰਕਾਰਾਂ ਬੈਂਕਾਂ ਨੂੰ ਦੇਣਾ ਚਾਹੁੰਦੀਆਂ ਨੇ ਤੇ ਨੁਕਸਾਨ ਕਿੰਨਾ ਵੱਡਾ ਉਸ ਤੋਂ ਬਾਅਦ ਹੋਊਗਾ, ਇਹ ਗੱਲ ਬੜੇ ਸੌਖੇ ਤਰੀਕੇ ਨਾਲ ਸਮਝੀ ਜਾ ਸਕਦੀ ਆ। ਕਿਸ ਤਰ੍ਹਾਂ ਦੇ ਨਾਲ ਜੇ ਕਹੀਏ ਕੇਂਦਰ ਸਰਕਾਰ ਦੇ ਫੈਸਲੇ ਹੁਣ ਉਲਟੇ ਪੈਂਦੇ ਹੋਏ ਨਜ਼ਰ ਆ ਰਹੇ ਨੇ, ਉਹ ਦੇਖ ਸਕਦੇ ਆ ਕਿ ਇੱਕ ਪਾਸੇ ਕਿਸਾਨ ਦਿੱਲੀ ਅੰਦੋਲਨ ਮੋਰਚਾ ਖੋਲ ਚੁੱਕੇ ਨੇ, ਦੂਜੇ ਪਾਸੇ ਹੁਣ ਬੈਂਕਾਂ ਦੇ ਮੁਲਾਜ਼ਮਾਂ ਨੇ ਵੀ ਆਉਂਦੇ ਦਿਨਾਂ ਦੇ ਵਿੱਚ ਤਰੀਕਾਂ ਦਾ ਐਲਾਨ ਕਰਤਾ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਪ੍ਰੋਟੈਸਟ ਹੈ ਜਿਹੜਾ ਉਹ ਕਰਦੇ ਹੋਏ ਨਜ਼ਰ ਆਵਾਂਗੇ। ਤਾਂ ਇਹ तमाम ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਕੋਸ਼ਿਸ਼ ਇਹੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿ ਇਹ ਪੂਰੇ ਸਿਸਟਮ ਨੂੰ ਹੁਣ ਰੋਕਿਆ ਕਿਹੜੇ ਰਾਹੀਂ ਜਾਵੇ ਤਾਂ ਕਿ ਬੈਂਕਾਂ ਦਾ ਜਿਹੜਾ ਸਿਸਟਮ ਹੈ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਢਾਹ ਨਾ ਲੱਗੇ। ਕਹੀਏ ਕਿ ਹੜਤਾਲਾਂ ਵੀ ਹੋ ਗਈਆਂ ਹੋਣਗੀਆਂ। ਸਰ ਜੇ ਸੌਖੀ ਭਾਸ਼ਾ 'ਚ ਸਮਝੀਏ ਕਿ ਬੈਂਕ ਮੁਲਾਜ਼ਮਾਂ ਦਾ ਜਿਹੜਾ ਤਬਕਾ ਮੰਨਿਆ ਜਾਂਦਾ ਬੜਾ ਹਾਈ ਐਜੂਕੇਟਡ ਮੰਨਿਆ ਜਾਂਦਾ, ਧਰਨੇ ਮੁਜ਼ਾਹਰੇ ਜੇ ਦੇਖਿਆ ਜਾਵੇ ਇੱਕ ਪਾਸੇ ਕਿਸਾਨ ਕਰ ਰਹੇ ਨੇ, ਤੁਹਾਡੀ ਵੀ ਕਾਲ ਉਸੇ ਤਰ੍ਹਾਂ ਦੀ ਹੈ ਵੀ ਕਿਉਂਕਿ ਸਰਕਾਰ ਨੇ ਕਹਿੰਦੇ ਫੈਸਲਾ ਇਸ ਤਰ੍ਹਾਂ ਦਾ ਲੈ ਲਿਆ। ਨੁਕਸਾਨ ਸਿੱਧਾ ਕੀ ਹੋਣ ਵਾਲਾ ਹੈ ਜਿਹੜਾ ਜੇ ਕਹੀਏ ਆਮ ਪਬਲਿਕ ਵੀ ਉਹਦੇ ਨਾਲ ਕਿਤੇ ਅਫੈਕਟਡ ਹੋਏਗੀ ਜਾਂ ਇਕੱਲਾ ਤੁਹਾਡਾ ਹੀ ਨੁਕਸਾਨ ਹੈ? ਸਾਡਾ ਇਸ 'ਚ ਕੋਈ ਨੁਕਸਾਨ ਨਹੀਂ ਹੈ। ਇਹਦੇ 'ਚ ਨੁਕਸਾਨ ਇਸ ਕੰਟਰੀ ਦਾ ਹੈ, ਇਸ ਕੰਟਰੀ ਦੇ ਦੇਸ਼ ਵਾਸੀਆਂ ਦਾ ਹੈ, ਇੱਕ ਆਮ ਨਾਗਰਿਕ ਦਾ ਹੈ। ਅੱਜ ਅਸੀਂ ਕਿੰਨੇ ਆਮ ਨਾਗਰਿਕ ਜਾ ਕੇ ਪ੍ਰਾਈਵੇਟ ਤੇ ਫੋਰਨ ਬੈਂਕਾਂ 'ਚ ਆਪਣੇ ਖਾਤੇ ਖੋਲ ਸਕਦੇ? ਕਿੰਨੇ ਕਿ ਪ੍ਰਾਈਵੇਟ ਬੈਂਕਾਂ ਨੇ ਜਾਂ ਫੋਰਨ ਬੈਂਕਾਂ ਨੇ ਜਨ ਧਨ ਯੋਜਨਾ ਦੇ ਅੰਡਰ ਅਕਾਊਂਟ ਖੋਲ੍ਹੇ? ਕਿੰਨੇ ਬੈਂਕਾਂ ਨੇ ਡੀਮੋਨੇਟਾਈਜੇਸ਼ਨ 'ਚ ਕੰਮ ਕਰਕੇ ਲੋਕਾਂ ਨੂੰ ਪੈਸੇ ਵੰਡੇ? ਕਿੰਨੇ ਪ੍ਰਾਈਵੇਟ ਬੈਂਕ ਜਾਂ ਫੋਰਨ ਬੈਂਕ ਅੱਜ ਕਿਸਾਨ ਕਾਰਡ ਵੰਡ ਰਹੇ ਹੈ? ਕਿੰਨੇ ਪ੍ਰਾਇਰਟੀ ਸੈਕਟਰ ਲੈਂਡਿੰਗ ਕਰ ਰਹੇ ਹੈ? ਜੇਕਰ ਤੁਸੀਂ ਡਾਟਾ ਕੱਢ ਕੇ ਦੇਖੋਗੇ ਤੇ ਸਾਰਾ ਕੰਮ ਜਿਹੜਾ ਹਿੰਦੁਸਤਾਨ 'ਚ ਹੋ ਰਿਹਾ ਇਟ ਇਜ਼ ਓਨਲੀ ਥਰੂ ਪਬਲਿਕ ਸੈਕਟਰ ਬੈਂਕਸ। ਜੇ ਪਬਲਿਕ ਸੈਕਟਰ ਬੈਂਕ ਵੀ ਕੱਲ੍ਹ ਨੂੰ ਪ੍ਰਾਈਵੇਟਾਈਜ਼ ਕਰ ਦਿੱਤੇ ਗਏ ਤਾਂ ਤੁਸੀਂ ਆਮ ਆਦਮੀ ਨੂੰ ਸੋਚ ਕੇ ਦੇਖੋ, ਕਿਆ ਇੱਕ ਆਮ ਆਦਮੀ ਬੈਂਕਾਂ 'ਚ ਜਾ ਕੇ 5000 ਰੁਪਏ ਮਿਨੀਮਮ ਪੈਸੇ ਰੱਖ ਕੇ ਖਾਤਾ ਖੋਲ੍ਹ ਸਕਦਾ? ਕਿਉਂਕਿ ਉਹਨਾਂ ਦਾ ਮੇਨ ਏਮ ਪ੍ਰਾਈਵੇਟ ਸੈਕਟਰ ਜਾਣ ਤੋਂ ਬਾਅਦ ਪ੍ਰੋਫਿਟ ਹੋਣਾ। ਉਹਨਾਂ ਦਾ NPS ਨਾਲ ਅਕਾਊਂਟ ਖੋਲ੍ਹਣਾ ਨਹੀਂ ਹੋਣਾ, ਜ਼ੀਰੋ ਬੈਲੈਂਸ ਅਕਾਊਂਟ ਖੋਲ੍ਹਣਾ ਨਹੀਂ ਹੋਣਾ, ਸੈਲਰੀ ਅਕਾਊਂਟਸ ਖੋਲ੍ਹਣਾ ਨਹੀਂ ਹੋਣਾ। ਤੇ ਆਮ ਆਦਮੀ ਦੀ ਜਿਹੜੀ ਜ਼ਰੂਰਤ ਹੈ ਉਹ ਕਿੱਦਾਂ ਪੂਰੀ ਹੋਣਗੀਆਂ?
ਅਸੀਂ ਵਾਪਸ ਜਿਹੜੇ ਹੈਗੇ ਪ੍ਰਾਇਰ ਟੂ 1969 ਵਾਲੇ ਈਰਾ 'ਚ ਜਾਣ ਦੀ ਗੱਲਾਂ ਕਰ ਰਹੇ ਹਾਂ। ਜਦ ਕਿ ਬੈਂਕ ਕੋਈ ਹੋਏਗਾ ਨਹੀਂ, ਫਾਈਨੈਂਸਿੰਗ ਕਿਸੇ ਨੂੰ ਹੋਣੀ ਨਹੀਂ ਹੈ, ਪੈਸੇ ਕਿਸੇ 4 ਬੰਦੇ ਕੋਲ ਹੋਣੇ, ਸਾਹੂਕਾਰ ਹੋਣੇ, 5% ਤੇ 10% ਦੇ ਵਿਆਜ ਲੈ ਜਾਓ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਜੀ ਅਸੀਂ ਇਹਨਾਂ ਨੂੰ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਮੁਕਤ ਕਰਨਾ ਚਾਹੁੰਦੇ ਹਾਂ, ਜਿਹੜੇ ਆੜਤੀਆਂ ਦੇ ਚੁੰਗਲ ਤੋਂ ਵਿਆਜ ਜ਼ਿਆਦਾ ਲੈਂਦੇ। ਇੱਕ ਪਾਸੇ ਪ੍ਰਾਈਵੇਟ ਬੈਂਕਾਂ ਨੂੰ ਕਰਕੇ ਕਿਹਨਾਂ ਦੇ ਚੁੰਗਲ 'ਚ ਵਾਪਸ ਭੇਜਣਾ ਚਾਹੁੰਦੇ। ਸਰਕਾਰ ਨੇ ਇੱਕ ਤਾਣਾ ਬੁਣਾ ਇਹੋ ਜਿਹਾ ਉਲਝਣ ਤਾਣੀ ਪੈਦਾ ਕਰਤੀ ਵੀ ਇੱਕ ਪਾਸੇ ਤਾਂ ਕਿਸਾਨ ਤਾਈਓ ਉੱਥੇ ਦਿੱਲੀ ਬਾਰਡਰ ਤੇ ਬੈਠੇ ਨੇ ਕਿ ਸਰਕਾਰ ਨਾਲ ਲੜ ਰਹੇ ਨੇ, ਦੂਜੇ ਪਾਸੇ ਕਿਹਾ ਜਾਵੇ ਬੈਂਕ ਜਿਹੜਾ ਕਿ ਇੱਕ ਬਹੁਤ ਵੱਡੀ ਧਰੋਹਰ ਵੀ ਹੈ ਤੇ ਇੱਕ ਹਿੱਸਾ ਵੀ ਆਮ ਬੰਦੇ ਦਾ ਉਹਨੂੰ ਵੀ ਟੱਚ ਕਰ ਰਹੀ ਹੈ। ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ, ਅੱਜ ਅਗਰ ਤੁਸੀਂ ਪਿਛਲਾ ਰਿਕਾਰਡ ਕੱਢ ਕੇ ਦੇਖੋ 1969 ਤੋਂ ਪਹਿਲੇ ਕਿੰਨੇ ਲੋਕੀ ਬੈਂਕਿੰਗ ਨਾਲ ਜੁੜੇ ਹੋਏ ਸੀ, ਜਿਹਨੂੰ ਆਪਣਾ ਅਸੀਂ ਫਾਈਨੈਂਸ਼ੀਅਲ ਇਨਕਲੂਜਨ ਕਹਿੰਦੇ ਹਾਂ। ਅੱਜ ਅਗਰ ਕਿੰਨੇ ਬੰਦੇ ਬੈਂਕਾਂ ਨਾਲ ਜੁੜੇ ਹੋਏ ਹੈ, ਔਰ ਜਿਹੜੇ ਜੁੜੇ ਹੋਏ ਆ ਉਹਦੇ ਚ 80% ਸਿਰਫ ਪਬਲਿਕ ਸੈਕਟਰ ਬੈਂਕਾਂ ਨਾਲ ਹੀ ਕਿਉਂ ਜੁੜੇ ਹੋਏ ਹੈ। ਪਬਲਿਕ ਸੈਕਟਰ ਬੈਂਕ ਤਾਂ 12 ਹੀ ਹੈ, ਬਾਕੀ ਸਾਰੇ 50 ਬੈਂਕ ਤਾਂ ਪ੍ਰਾਈਵੇਟ ਬੈਂਕ ਹੈ। ਉਹਨਾਂ 'ਚ ਕਦੀ ਇੱਕ ਬੈਂਕ ਡੁੱਬ ਜਾਂਦਾ, ਕਦੇ ਦੂਜਾ ਡੁੱਬ ਜਾਂਦਾ, ਕਦੇ ਤੀਜਾ ਡੁੱਬ ਜਾਂਦਾ, ਕਿਸੇ ਨੂੰ ਕਿਸੇ ਦਾ ਵਿਸ਼ਵਾਸ ਹੀ ਹੈ ਨਹੀਂ। ਕੱਲ ਨੂੰ ਉਹ ਵੀ ਪ੍ਰਾਈਵੇਟ ਬੈਂਕ ਡੁੱਬ ਗਿਆ, ਉਸ 'ਚ ਲੋਕਾਂ ਦੇ 10,000 ਕਰੋੜ ਰੁਪਏ ਜਮ੍ਹਾਂ, 50,000 ਕਰੋੜ ਰੁਪਏ ਜਮ੍ਹਾਂ, ਉਹਨਾਂ ਦਾ ਕੀ ਬਣੂਗਾ। ਲੋਕਾਂ ਦੀ ਕਿਤੇ ਨਾ ਕਿਤੇ ਸੋਚ ਇਹ ਰਹਿੰਦੀ ਹੈ ਵੀ ਮੇਰਾ ਸਰਕਾਰੀ ਬੈਂਕ 'ਚ ਪਿਆ ਤਾਂ ਪੈਸਾ ਸੇਫ ਪਿਆ ਹੈਗਾ। ਪ੍ਰਾਈਵੇਟ ਬੈਂਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਤੁਹਾਡੇ ਸਾਥੀ ਕਹਿ ਰਹੇ ਸੀਗੇ, ਕਹਿੰਦੇ ਉਹਨਾਂ ਲੋਕਾਂ ਨੂੰ ਦੇਣਾ ਚਾਹੁੰਦੇ ਜਿਹੜੇ ਖੁਦ ਡਿਫਾਲਟਰ ਨੇ ਬੈਂਕਾਂ ਦੇ। ਯੈਸ, ਉਹ ਤਾਂ ਸਾਰੇ ਮਾਲਕ ਹੋ ਜਾਣੇ ਨਾ, ਉਹਨਾਂ ਨੇ ਤਾਂ ਬੈਂਕ ਖਰੀਦਨੇ। ਅੱਜ ਕੀ ਹੋਇਆ, ਲక్ష్ਮੀ ਵਿਲਾਸ ਬੈਂਕ ਇੱਕ ਪ੍ਰਾਈਵੇਟ ਬੈਂਕ ਹੁੰਦਾ ਸੀ ਹਿੰਦੁਸਤਾਨ 'ਚ, ਉਹ ਵਿਕਿਆ ਹੈਗਾ। ਇੱਕ ਫੋਰਨ ਦੇ ਬੈਂਕ ਨੇ ਆ ਕੇ ਲੈ ਲਿਆ, ਉਹਦੀ 10 ਬ੍ਰਾਂਚਾਂ ਹੈ ਨਹੀਂ, ਉਹਨੂੰ 600 ਬ੍ਰਾਂਚਾਂ ਮਿਲ ਗਿਆ, ਬੈਠੇ ਬੈਠੇ 50,000 ਕਰੋੜ ਰੁਪਏ ਮਿਲ ਗਿਆ ਪਬਲਿਕ ਦਾ। ਕੱਲ ਨੂੰ ਜਦੋਂ ਮਰਜ਼ੀ ਬੰਦ ਕਰਕੇ ਤੁਰਦੇ ਬਣ, ਉਹਨਾਂ ਦਾ ਕੀ ਸਟੇਕ ਤੇ। ਰਿਸਕ ਇਕੱਲਾ ਇਹ ਨਹੀਂ ਹੈਗਾ ਵੀ ਕੋਈ ਮੁਲਾਜ਼ਮ ਅੱਜ ਪਿੱਟ ਰਹੇ ਨੇ, ਤਾਂ ਆਮ ਲੋਕਾਂ ਦਾ ਸਿੱਧਾ ਟੱਚ ਹੈ। ਮੁਲਾਜ਼ਮ ਤਾਂ ਸਰਕਾਰ ਕਹਿ ਰਹੀ ਹੈ ਅਸੀਂ ਕਿਸ ਨੂੰ ਟ੍ਰੈਂਡ ਨਹੀਂ ਕਰਾਂਗੇ, ਕਿਸ ਨੂੰ ਕੱਢਾਂਗੇ ਨਹੀਂ, ਕਿਸ ਨੂੰ ਕੁਝ ਨਹੀਂ ਕਰਾਂਗੇ। तो इंपलाइज तो ज़्यादा नुकसान है आम पब्लिक का है, नुकसान ज़्यादा देश का है। ਜਿਹੜੇ ਅਸੀਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਕਦੀ ਵਾਈਟ ਰੈਵੋਲੂਸ਼ਨ ਦੀ ਗੱਲ ਕਰਦੇ ਅਸੀਂ ਜਾ ਕਿੱਧਰ ਨੂੰ ਰਹੇ। एक पासे ਅਸੀਂ आज ਗੱਲ ਕਰਦੇ ਹਾਂ ਕਿ ਇਸ ਦੀ ਪ੍ਰੋਡਕਸ਼ਨ ਵਧ ਗਈ, ਸਾਰਾ ਕੁਝ ਵਧ ਗਿਆ, ਕਿਹਦੇ ਕਰਕੇ ਵਧਿਆ? ਅਗਰ ਕਿਸਾਨਾਂ ਤੱਕ ਪੈਸਾ ਪਹੁੰਚਿਆ ਤਾਂ ਵਧਿਆ, ਇੰਡਸਟਰੀਜ਼ ਤੱਕ ਪੈਸਾ ਪਹੁੰਚਿਆ ਤਾਂ ਵਧਿਆ, ਐਮਐਸਐਮਈ 'ਚ ਲੋਕਾਂ ਨੂੰ ਕਰਜ਼ਾ ਮਿਲਿਆ ਤਾਂ ਇੰਡਸਟਰੀ ਕੰਮ ਸ਼ੁਰੂ ਹੋ ਰਿਹਾ। ਅੱਜ ਇਹ ਸਾਰਾ ਕੁਝ ਹੀ ਬੰਦ ਹੋ ਜਾਏਗਾ ਤਾਂ ਪੈਸਾ ਕਿਹਨੂੰ ਮਿਲਣਾ? ਜੇ ਪੈਸਾ ਨਹੀਂ ਮਿਲੇਗਾ ਤਾਂ ਕੰਮ ਕਿਹਦੇ ਨਾਲ ਚੱਲੇਗਾ? ਹੈ ਕਿ ਆਖਰ ਤਾਈਓ ਕਰਕੇ ਦੇਖੋ ਤੁਸੀਂ ਕਿ ਜਿਵੇਂ ਮੁਜ਼ਾਹਰਾ ਉਰੇ ਚੱਲ ਰਿਹਾ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਇੱਕ ਇਹੀ ਹੈ ਕਿ ਕਿਤੇ ਨਾ ਕਿਤੇ ਜਦੋਂ ਲੋਕਾਂ ਦੇ ਉੱਤੇ ਸੱਟ ਵੱਜੂਗੀ, ਕਿਸਾਨੀ ਅੰਦੋਲਨ ਤੋਂ ਬਾਅਦ ਕਿਹਾ ਜਾਵੇ ਇਹ ਇੱਕ ਵੱਡੀ ਸੱਟ। ਦੂਜੀ ਹੈ ਜਦੋਂ ਬੈਂਕ ਸਿਸਟਮ ਨੂੰ ਸਰਕਾਰ ਛੇੜਨ ਜਾ ਰਹੀ ਆ, ਪ੍ਰਾਈਵੇਟ ਵੱਲ ਜਿਵੇਂ ਲਗਾਤਾਰ ਵੱਧ ਰਹੀ ਆ, ਤਾਂ ਉਦੋਂ ਬਾਅਦ ਕਿਹਾ ਜਾ ਸਕਦਾ ਕਿ ਨੁਕਸਾਨ ਕਿੱਡੇ ਵੱਡੇ ਲੈਵਲ ਤੇ ਚਲਾ ਜਾਣਾ ਹੈ ਉਹ ਸਾਫ਼ ਤੌਰ ਤੇ ਦਿਖਦਾ। ਤੇ ਇਹ ਲੋਕਾਂ ਦੀ ਚਿੰਤਾ ਵੀ ਇਹੀ ਹੈ। ਹਾਲਾਂਕਿ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਠੀਕ ਹੈ, ਮੁਲਾਜ਼ਮਾਂ ਦੀ ਆਪਦੀ ਵੀ ਕੋਈ ਦੋ ਸਮੱਸਿਆਵਾਂ ਹੋਣੀਆਂ ਜ਼ਰੂਰ ਕਿ ਕੱਲ੍ਹ ਨੂੰ ਨੁਕਸਾਨ ਹੈ ਜਿਹੜਾ ਇਹਨਾਂ ਨੂੰ ਵੀ ਹੁੰਦਾ ਹੋਊ, ਪਰ ਜਿਹੜੀ ਗੱਲਾਂ ਇਹ ਦੱਸ ਰਹੇ ਨੇ ਕਿ ਜੇ ਉਹਨਾਂ ਨੂੰ ਸਹੀ ਮੰਨੀਏ ਤਾਂ ਜਿਵੇਂ ਜਿਵੇਂ ਪ੍ਰਾਈਵੇਟ ਸੈਕਟਰ ਦੇ ਕੋਲ ਜਾਣਗੇ ਤਾਂ ਜਿਹੜੇ ਲੋਕ ਭਰੋਸਾ ਕਰ ਲੈਂਦੇ ਸੀ ਕਿ ਹਾਂ ਅਸੀਂ ਸਰਕਾਰੀ ਬੈਂਕ 'ਚ ਸਾਡਾ ਪੈਸਾ ਸੇਫ ਪਿਆ, ਤਾਂ ਆਖਰਕਾਰ ਕੱਲ੍ਹ ਨੂੰ ਉਹ ਲੋਕ ਕਿੱਥੇ ਪੈਸਾ ਜਮ੍ਹਾਂ ਕਰਾਉਣਗੇ, ਸਿੱਧੀਆਂ ਚਿੰਤਾਵਾਂ ਬੈਂਕਰ ਜਤਾ ਰਹੇ ਨੇ। ਤੇ ਅੱਗੇ ਵੀ ਪ੍ਰੋਗਰਾਮ ਕਹਿ ਸਕਦੇ ਹਾਂ ਕਿ ਤਾਈਓ ਕਰਕੇ ਦਿੱਤਾ ਗਿਆ। ਉਹ ਕਹਿੰਦੇ ਕਿ ਜਿਸ ਤਰ੍ਹਾਂ ਨਾਲ ਦੇਸ਼ ਨੂੰ ਬਦਲ ਕੇ ਸਰਕਾਰੀ ਬੈਂਕਾਂ ਦੇ ਹੱਥ ਦੇ ਵਿੱਚ ਇੱਕ ਪੂਰਾ ਸਿਸਟਮ ਚੱਲ ਰਿਹਾ ਸੀ, ਤਾਂ ਆਖਰਕਾਰ ਜਿਹੜੇ ਲੋਕ ਅੱਜ ਬੈਂਕ ਸਿਸਟਮ ਦੇ ਕਿਤੇ ਦੋਸ਼ੀ ਨੇ, ਡਿਫਾਲਟਰ ਨੇ, ਪੈਸੇ ਨਹੀਂ ਦਿੰਦੇ, ਤਾਂ ਕੱਲ੍ਹ ਨੂੰ ਜਦੋਂ ਉਹ ਮਾਲਕ ਬਣ ਗਏ ਫਿਰ ਉਹ ਕੀ ਬਣ ਗਿਆ? ਵੱਡੀ ਕਹਿ ਸਕਦੇ ਹਾਂ ਕਿ ਅੱਜ ਇਹ ਵੱਡੀ ਇੱਕ ਪਰੇਸ਼ਾਨੀ ਜਾਂ ਵੱਡੀ ਸਮੱਸਿਆ ਪੂਰੇ ਸਿਸਟਮ ਤੇ ਖੜੀ ਹੁੰਦੀ ਹੋਈ ਨਜ਼ਰ ਆਉਂਦੀ ਆ। ਤੇ ਕਿਹਾ ਜਾ ਸਕਦਾ ਕਿ ਹੌਲੀ ਹੌਲੀ ਸਰਕਾਰਾਂ ਹੁਣ ਕਰ ਕੀ ਰਹੀਆਂ ਨੇ ਕਿ ਆਖਰਕਾਰ ਠੀਕ ਹੈ ਕਿਸਾਨਾਂ ਨੂੰ ਲੈ ਕੇ ਉਹ ਸਵਾਲ ਖੜੇ ਕਰਦੇ ਨੇ, ਉਹਨਾਂ ਨੂੰ ਫਾਇਦੇ ਨੁਕਸਾਨ ਸਮਝਾਉਂਦੇ ਨੇ, ਪਰ ਇਹ ਜਿਹੜੇ ਹਾਈ ਐਜੂਕੇਟਡ ਲੋਕ ਨੇ, ਬੈਂਕ ਸਿਸਟਮ ਚਲਾਉਂਦੇ ਨੇ, ਜਦੋਂ ਉਹ ਚਿੰਤਾ ਵਿਅਕਤ ਕਰ ਰਹੇ ਨੇ ਤਾਂ ਆਖਰਕਾਰ ਕੀ ਸਰਕਾਰਾਂ ਕੋਲ ਹੁਣ ਇਹਨਾਂ ਗੱਲਾਂ ਦਾ ਜਵਾਬ ਹੋਏਗਾ ਕਿ ਪ੍ਰਾਈਵੇਟ ਕਰਕੇ ਆਖਰਕਾਰ ਕਿਹੜੇ ਲੋਕਾਂ ਦਾ ਫਾਇਦਾ ਹੋ ਜੂ ਤੇ ਕਿਹੜੇ ਦਾ ਨੁਕਸਾਨ? ਕਿਉਂਕਿ ਜੇ ਉਹਨਾਂ ਜਿਵੇਂ ਜਿਵੇਂ ਬੈਂਕਰ ਦੱਸ ਰਹੇ ਨੇ ਕਿ ਜਦੋਂ ਕੱਲ੍ਹ ਨੂੰ ਪ੍ਰਾਈਵੇਟ ਸਿਸਟਮ ਕੋਲ ਸਾਰਾ ਕੁਝ ਚਲਾ ਗਿਆ, ਉਹ ਆਪਦੇ ਮੁਨਾਫੇ ਦੇਖਣਗੇ ਨਾ ਕਿ ਤੁਹਾਡੀ ਫੈਸਿਲਿਟੀ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।